ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਦ ਚੈਨਲ ਲੈਕਚਰਰ ਕੈਡਰ ਬਾਇਓ। ਅੱਜ ਆਪਾਂ ਬਾਇਓਟੈਕਨੋਲੋਜੀ ਦੇ ਐਮਸੀਕਿਊਜ਼ ਕਰਨੇ ਆ। ਤੇ ਐਮਸੀਕਿਊ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਿਕੋਜ਼ ਇੱਥੇ ਤੁਹਾਨੂੰ ਟੌਪਿਕ ਵਾਈਜ਼ ਐਮਸੀਕਿਊਜ਼ ਦੀਆਂ ਸੀਰੀਜ਼ ਮਿਲ ਰਹੀਆਂ ਜਿਹਦੇ ਵਿੱਚ ਆਪਾਂ ਬਹੁਤ ਹੀ ਇੰਪੋਰਟੈਂਟ ਐਮਸੀਕਿਊਜ਼ ਕਵਰ ਕਰ ਰਹੇ ਹਾਂ ਅਲੋਂਗ ਵਿਦ ਦ ਕਨਸੈਪਟਸ। ਐਮਸੀਕਿਊਜ਼ ਚਾਹੇ ਆਪਾਂ ਘੱਟ ਕਵਰ ਕਰੀਏ ਬਟ ਮੈਂ ਜੋ ਨਾਲ ਕਨਸੈਪਟ ਦੱਸਦੀ ਹਾਂ ਉਹਨੂੰ ਜ਼ਰੂਰ ਧਿਆਨ ਨਾਲ ਸੁਣਿਆ ਕਰੋ। ਉਹਦੇ ਚੋਂ ਵੀ ਬਹੁਤ ਸਾਰੇ ਐਮਸੀਕਿਊਜ਼ ਬਣਦੇ ਆ। ਆਈ ਹੋਪ ਤੁਸੀਂ ਸਾਰੇ ਜੋਰਾਂ ਸ਼ੋਰਾਂ ਨਾਲ ਤਿਆਰੀ ਕਰ ਰਹੇ ਹੋ ਲੈਕਚਰਰ ਕੈਡਰ ਬਾਇਓ ਦੀ। ਸੋ ਸਟਾਰਟ ਕਰਦੇ ਹਾਂ ਅੱਜ ਦਾ ਫਰਸਟ ਐਮਸੀਕਿਊ ਦੈਟ ਇਜ਼ which of the following restriction endonuclease produces sticky ends with a 5' overhang? ਇਹਨਾਂ ਚੋਂ ਕਿਹੜਾ restriction endonuclease ਹੈ ਜੋ 5' overhang produce ਕਰਦਾ ਹੈ sticky ends, right? ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ restriction endonuclease ਕੀ ਹੁੰਦੇ ਆ। ਇਹ ਮੋਲੀਕੂਲਰ ਸੀਜ਼ਰਸ ਹੁੰਦੇ ਆ, ਮੀਨਸ ਇਹ ਕੱਟ ਕਰਦੇ ਆ। ਮੋਲੀਕੂਲਰ ਸੀਜ਼ਰਸ, ਸੀਜ਼ਰ ਕੀ ਹੁੰਦੇ ਆ? ਕੱਟ ਕਰਨ ਵਾਲੇ, ਹੈ ਨਾ। ਸੋ ਇਹ ਕੀ ਕਰਦੇ ਆ, ਡਬਲ ਸਟ੍ਰੈਂਡਡ ਡੀਐਨਏ ਨੂੰ ਕੱਟ ਕਰਦੇ ਆ। ਕਿਹੜੀ ਸਾਈਟ ਤੋਂ? ਰਿਸਟ੍ਰਿਕਸ਼ਨ ਸਾਈਟ ਤੋਂ। ਠੀਕ ਹੈ, ਰਿਸਟ੍ਰਿਕਸ਼ਨ ਤਾਂ ਹੀ ਇਹਦੇ ਵਿੱਚ ਆ ਰਿਹਾ। ਡੀਐਨਏ ਦੇ ਵਿੱਚ ਰਿਸਟ੍ਰਿਕਸ਼ਨ ਸਾਈਟਸ ਹੁੰਦੀਆਂ ਨਾ, ਉਹਨੂੰ ਇਹ ਕੱਟ ਕਰਦੇ ਆ ਕਿਸੇ ਪਰਟੀਕੂਲਰ ਸੀਕੁਐਂਸ ਨੂੰ ਰਿਕੋਗਨਾਈਜ਼ ਕਰਕੇ, ਫਿਰ ਉੱਥੇ ਕੱਟ ਲਗਾ ਦਿੰਦੇ ਆ। ਠੀਕ ਹੈ, ਐਂਡ ਕੁਐਸਚਨ ਇਜ਼ ਕਿ ਇਹਦੇ ਵਿੱਚੋਂ ਸਟਿਕੀ ਐਂਡਸ ਜਨਰੇਟ ਕਰਨ ਵਾਲਾ ਐਂਡੋਨਿਊਕਲੀਅਸ ਕਿਹੜਾ ਹੈ? SMA1, EcoR1, HAE3 ਐਂਡ ECL136-2। ਸੋ ਇਹਦੇ ਵਿੱਚ ਜੋ ਕਰੈਕਟ ਆਂਸਰ ਹੈ ਜੋ ਕਿ ਸਟਿਕੀ ਐਂਡ ਜਨਰੇਟ ਕਰਦਾ, ਦੈਟ ਇਜ਼ ਆਪਸ਼ਨ ਬੀ, EcoR1। ਸੋ ਦਿਸ ਇਜ਼ ਦ ਕਰੈਕਟ ਆਂਸਰ ਬਿਕੋਜ਼ ਇਹੀ ਹੈ ਐਂਜ਼ਾਈਮ ਜੋ ਕਿ ਸਟਿਕੀ ਐਂਡਸ ਪ੍ਰੋਡਿਊਸ ਕਰਦਾ। ਬਾਕੀ ਜੋ ਤਿੰਨੋਂ ਹੈ ਨਾ, ਬਾਕੀ ਤਿੰਨੋਂ ਬਲੰਟ ਐਂਡਸ ਪ੍ਰੋਡਿਊਸ ਕਰ ਰਹੇ ਹੈ। ਠੀਕ ਹੈ, ਬਲੰਟ ਐਂਡਸ। ਬਲੰਟ ਐਂਡਸ ਕਦੋਂ ਬਣਦੇ ਆ? ਜਦੋਂ ਸਟ੍ਰੇਟ ਕੱਟ ਲੱਗਦਾ, ਜਦੋਂ ਦੋਨੋਂ ਸਟ੍ਰੈਂਡ ਡੀਐਨਏ ਦੇ ਇਕੱਠੇ ਕੱਟੇ ਜਾਣ, ਇਕੱਠੇ ਕੱਟ ਲੱਗ ਜਾਂਦਾ ਦੋਨੋਂ ਸਟ੍ਰੈਂਡਸ ਤੇ। ਐਂਡ ਸਟਿਕੀ ਐਂਡਸ ਕਦੋਂ ਬਣਦੇ ਆ? ਜਦੋਂ ਇੱਕ ਸਿੰਗਲ ਸਟ੍ਰੈਂਡਡ ਡੀਐਨਏ ਹੈ ਜਿਹੜਾ, ਉਹਦੇ ਵਿੱਚ ਕੱਟ ਲੱਗਦਾ ਜਦੋਂ, ਤਾਂ ਉਹਦੇ ਨਾਲ ਬਣਦੇ ਆ ਸਟਿਕੀ ਐਂਡਸ। ਅਗਰ ਦੋਨੋਂ ਸਟ੍ਰੈਂਡਸ 'ਚ ਕੱਟ ਲੱਗਦਾ ਹੈ ਤਾਂ ਬਣਦੇ ਆ ਬਲੰਟ ਐਂਡਸ। ਸੋ ਜੋ ਬਾਕੀ ਹੈ ਨਾ ਆਪਸ਼ਨ ਏ ਸੀ ਡੀ, ਉਹ ਕੀ ਬਣਾਉਂਦੇ ਆ? ਬਲੰਟ ਐਂਡਸ। ਤਾਂ ਤੁਹਾਨੂੰ ਕੋਈ ਵੀ ਕੁਐਸਚਨ ਆ ਸਕਦਾ ਹੈ। Next is, in PBR 322, insertion of foreign DNA into PST1 site inactivates. ਤੁਸੀਂ PBR 322 ਦੇਖਿਆ? ਪਲਾਜ਼ਮਿਡ ਹੈ ਇੱਕ, ਦਿਸ ਇਜ਼ ਅ ਪਲਾਜ਼ਮਿਡ। ਉਹਦੇ ਤੇ ਸਾਈਟਸ ਹੁੰਦੀਆਂ, ਤਾਂ ਉਹਨਾਂ ਨੇ ਪੁੱਛਿਆ ਅਗਰ ਤੁਸੀਂ PST1 ਸਾਈਟ ਤੇ ਕੋਈ ਫੋਰਨ DNA ਇਨਸਰਟ ਕਰਤਾ ਤਾਂ ਕਿਸ ਚੀਜ਼ ਨੂੰ ਇਨਐਕਟੀਵੇਟ ਕਰ ਦੇਗਾ? ਵਿਚ ਜੀਨ ਵਿਲ ਗੈਟ ਇਨਐਕਟੀਵੇਟਿਡ? ਉਹਦੇ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਸਾਈਟ ਤੇ ਕਿਹੜੀ ਐਂਟੀਬਾਇਓਟਿਕ ਦੀ ਰੈਜ਼ਿਸਟੈਂਸ ਪ੍ਰੋਵਾਈਡ ਕਰਦਾ ਹੈ ਕੋਈ ਪਰਟੀਕੂਲਰ ਸਾਈਟ, ਰਾਈਟ। ਸੋ ਆਪਾਂ ਇੱਕ ਇਮੇਜ ਦੇਖਦੇ ਹਾਂ। ਸੋ ਇਹ ਹੈ PBR 322 ਵੈਕਟਰ। ਤਾਂ ਦੇਖੋ, P ਦਾ ਮਤਲਬ ਹੈਗਾ ਪਲਾਜ਼ਮਿਡ, BR ਸਾਇੰਟਿਸਟ ਦਾ ਨੇਮ ਹੈ ਜਿਨ੍ਹਾਂ ਨੇ ਇਹਨੂੰ ਡਿਸਕਵਰ ਕੀਤਾ, ਐਂਡ 322 ਮੀਨਸ ਲੈਬ ਨੰਬਰ ਹੈ ਜਿਹਦੇ ਵਿੱਚ ਇਹ ਪਲਾਜ਼ਮਿਡ ਡਿਸਕਵਰ ਹੋਇਆ ਸੀ। ਠੀਕ ਹੈ, ਸੋ ਇਹਦੇ ਵਿੱਚ ਨਾ ਸਾਈਟਸ ਹੁੰਦੀਆਂ, ਤਾਂ BAM-H1, SAL1, PVU1, PST1, ਇਹ ਜੋ ਚਾਰੋਂ ਰਿਸਟ੍ਰਿਕਸ਼ਨ ਸਾਈਟਸ ਹੈ, ਇਹ ਵੀ ਜੋ ਹੈ ਸਾਰੀਆਂ ਇਹ ਕੀ ਹੈ? ਰਿਸਟ੍ਰਿਕਸ਼ਨ ਸਾਈਟਸ। ਠੀਕ ਹੈ, ਹੁਣ ਸਪੋਜ਼ ਕਰੋ ਤੁਹਾਨੂੰ ਆਏ BAM-H1 ਜੋ ਸਾਈਟ ਹੈ ਉਹ ਕਿਸ ਚੀਜ਼ ਦੀ ਰੈਜ਼ਿਸਟੈਂਸ ਪ੍ਰੋਵਾਈਡ ਕਰ ਰਹੀ ਹੈ? ਉਹ ਕਰ ਰਹੀ ਹੈ ਟੈਟਰਾਸਾਈਕਲਿਨ ਦੀ ਰੈਜ਼ਿਸਟੈਂਸ ਪ੍ਰੋਵਾਈਡ। ਐਂਡ ਸਿਮਿਲਰਲੀ PVU1 ਐਂਡ PST1 ਉਹ ਕਿਹਦੀ ਰੈਜ਼ਿਸਟੈਂਸ ਪ੍ਰੋਵਾਈਡ ਕਰ ਰਹੇ ਹੈ? ਐਮਸਿਲਿਨ ਦੀ। ਠੀਕ ਹੈ, ਇੱਦਾਂ ਇੱਕ ORI ਹੁੰਦਾ, ਓਰੀਜਨ ਆਫ ਰੈਪਲੀਕੇਸ਼ਨ, ਐਂਡ PVU1 ਕੋਡਸ ਫॉर ROP। ROP ਕੀ ਹੈ? ਇੱਕ ਜੀਨ ਹੈ ਜੋ ਕਿ ਕਾਪੀ ਨੰਬਰ ਨੂੰ ਮੇਨਟੇਨ ਕਰਦਾ, ਮੀਨਸ 15 ਤੋਂ 20 ਕਾਪੀਜ਼ ਹੀ ਬਣਨੀਆਂ ਚਾਹੀਦੀਆਂ ਇਹਦੀਆਂ, ਉਸ ਤੋਂ ਜ਼ਿਆਦਾ ਨਾ ਬਣੇ ਤਾਂ ਉਹਦੇ ਲਈ ਇੱਕ ਜੀਨ ਹੁੰਦਾ ROP। ਓਕੇ, ਕੁਐਸਚਨ ਕੀ ਪੁੱਛਿਆ ਦੇਖੋ, PST1 ਸਾਈਟ ਤੇ ਅਗਰ ਕੋਈ ਫੋਰਨ ਜੀਨ ਇਨਸਰਟ ਕਰਤੀ ਜਾਵੇ ਤਾਂ ਉਹ ਕਿਸ ਚੀਜ਼ ਨੂੰ ਇਨਐਕਟੀਵੇਟ ਕਰ ਦੇਗਾ? ਆ ਦੇਖੋ, PST1 ਕਿਹਦੀ ਰੈਜ਼ਿਸਟੈਂਸ ਪ੍ਰੋਵਾਈਡ ਕਰ ਰਿਹਾ ਹੈ? ਐਮਸਿਲਿਨ ਦੀ। ਸੋ ਅਗਰ ਇੱਥੇ ਤੁਸੀਂ ਕੋਈ ਫੋਰਨ ਜੀਨ ਇਨਸਰਟ ਕਰਤੀ ਤਾਂ ਉਸ ਚੀਜ਼ ਦੇ ਇਨਸਰਟ ਹੋਣ ਨਾਲ ਐਮਸਿਲਿਨ ਰੈਜ਼ਿਸਟੈਂਸ ਲੋਸਟ ਹੋ ਜਾਏਗੀ ਉਸ ਪਲਾਜ਼ਮਿਡ ਦੀ, ਉਸ ਬੈਕਟੀਰੀਆ ਦੀ ਜਿਹਦੇ ਵਿੱਚ ਵੀ ਆਪਾਂ ਇਹ ਪਲਾਜ਼ਮਿਡ ਪਾਵਾਂਗੇ। ਸੋ ਦਾ ਕਰੈਕਟ ਆਂਸਰ ਵਿਲ ਬੀ AMPR, ਐਮਸਿਲਿਨ ਰੈਜ਼ਿਸਟੈਂਸ ਜੀਨ। ਓਕੇ, ਤੁਹਾਨੂੰ ਸਿਮਿਲਰਲੀ ਟੈਟਰਾਸਾਈਕਲਿਨ ਵੀ ਆ ਸਕਦਾ, ਤਾਂ ਟੈਟਰਾਸਾਈਕਲਿਨ ਆਉਂਦਾ ਤਾਂ ਵਿਚ ਰਿਸਟ੍ਰਿਕਸ਼ਨ ਸਾਈਟ ਵਾਸ ਦੇਅਰ? BAM-H1। ਠੀਕ ਹੈ, ਸੋ ਐਨੀ ਕੁਐਸਚਨ ਕੈਨ ਕਮ। ਨੈਕਸਟ, the enzyme that joins DNA fragments is, ਕਿਹੜਾ enzyme ਹੈ ਜੋ DNA fragments ਨੂੰ join ਕਰਦਾ? DNA polymerase 1, DNA ligase, reverse transcriptase ਜਾਂ ਫਿਰ helicase।
ਸੋ ਕਰੈਕਟ ਆਂਸਰ ਕੀ ਆਏਗਾ ਇਹਦਾ? ਡੀਐਨਏ ਲਾਈਗੇਸ। ਜਦੋਂ ਡੀਐਨਏ ਦੀਆਂ ਫਰੈਗਮੈਂਟਸ ਬਣਦੀਆਂ, ਓਕਾਜ਼ਾਕੀ ਫਰੈਗਮੈਂਟਸ ਬਣਦੀਆਂ, ਤਾਂ ਉਹਨੂੰ ਜੁਆਇਨ ਕਰਨ ਦਾ ਕੰਮ ਕੌਣ ਕਰਦਾ? ਡੀਐਨਏ ਲਾਈਗੇਸ। ਅੱਛਾ, ਡੀਐਨਏ ਪੋਲੀਮਰੇਜ਼ 1 ਕੀ ਕਰਦਾ? ਇਹ ਨਿਊ ਡੀਐਨਏ ਜੋ ਬਿਲਡ ਹੋ ਰਿਹਾ ਉਹਦੇ ਵਿੱਚ ਨਿਊਕਲੀਓਟਾਈਡਸ ਐਡ ਕਰਦਾ, ਠੀਕ ਹੈ। ਰਿਵਰਸ ਟ੍ਰਾਂਸਕ੍ਰਿਪਟੇਸ, ਨੇਮ ਤੋਂ ਕੀ ਪਤਾ ਲੱਗ ਰਿਹਾ? ਰਿਵਰਸ। ਤਾਂ ਟ੍ਰਾਂਸਕ੍ਰਿਪਸ਼ਨ 'ਚ ਕੀ ਬਣਦਾ ਸੀਗਾ? ਡੀਐਨਏ ਤੋਂ ਆਰਐਨਏ, ਉਹਨੇ ਰਿਵਰਸ ਕਰ ਦੇਗਾ ਟ੍ਰਾਂਸਕ੍ਰਿਪਸ਼ਨ ਨੂੰ, ਮੀਨਸ ਆਰਐਨਏ ਟੂ ਡੀਐਨਏ ਬਣਾਉਣਾ ਇਸ ਦਾ ਫੰਕਸ਼ਨ ਹੈ ਰਿਵਰਸ ਟ੍ਰਾਂਸਕ੍ਰਿਪਟੇਸ। ਹੈਲੀਕੇਸ ਮੀਨਸ ਡੀਐਨਏ ਹੈਲੀਕਲ ਫਾਰਮ ਦੇ ਵਿੱਚ ਅਰੇਂਜ ਹੁੰਦਾ, ਤਾਂ ਉਸ ਹੈਲਿਕਸ ਨੂੰ ਅਨਕੋਇਲ ਕਰਨਾ ਹੈ ਅਗਰ, ਤਾਂ ਦਿਸ ਐਂਜ਼ਾਈਮ ਹੈਲੀਕੇਸ ਇਜ਼ ਯੂਜ਼ਡ ਅਨਕੋਇਲ ਕਰਨ ਲਈ, ਠੀਕ ਹੈ। ਸੋ ਸਾਰੇ ਐਂਜ਼ਾਈਮਸ ਦਾ ਫੰਕਸ਼ਨ ਯਾਦ ਰੱਖਿਓ। Which technique is used to introduce recombinant DNA into the nucleus of an animal cell? ਅਗਰ ਤੁਸੀਂ ਕਿਸੇ ਐਨੀਮਲ ਸੈੱਲ ਦੇ ਨਿਊਕਲੀਅਸ ਦੇ ਵਿੱਚ ਰਿਕੋਂਬੀਨੈਂਟ ਡੀਐਨਏ ਇਨਸਰਟ ਕਰਨਾ ਹੈ ਤਾਂ ਤੁਸੀਂ ਕਿਹੜੀ ਟੈਕਨੀਕ ਯੂਜ਼ ਕਰੋਗੇ? ਬਾਇਓਲਿਸਟਿਕਸ ਜਾਂ ਜੀਨ ਗਨ, ਮਾਈਕਰੋ ਇੰਜੈਕਸ਼ਨ, ਇਲੈਕਟ੍ਰੋਪੋਰੇਸ਼ਨ ਜਾਂ ਫਿਰ ਕੈਮੀਕਲ ਮੈਥਡ ਯੂਜ਼ਿੰਗ ਕੈਲਸ਼ੀਅਮ ਕਲੋਰਾਈਡ? ਦੇਖੋ, ਜੋ ਬਾਇਓਲਿਸਟਿਕਸ ਤੇ ਜੀਨ ਗਨ ਮੈਥਡ ਹੈ ਨਾ, ਉਹਦੇ ਵਿੱਚ ਇੱਕ ਗਨ ਦੀ ਹੈਲਪ ਨਾਲ ਡੀਐਨਏ ਇਨਸਰਟ ਕਰ ਦਿੱਤਾ ਜਾਂਦਾ ਹੈ, ਜਿਹਦੇ ਵਿੱਚ ਵੀ ਕਰਨਾ ਹੈ, ਸ਼ੂਟ ਕਰਦੇ ਆ। ਤਾਂ ਸ਼ੂਟ ਕੀ ਕਰਦੇ ਆ? ਉਹਦੇ ਵਿੱਚ ਇੱਕ ਮੈਟਲ ਹੁੰਦਾ ਹੈ, ਤੁਹਾਨੂੰ ਮੈਂ ਇਮੇਜ ਦਿਖਾਉਂਦੀ ਹਾਂ। ਸੋ ਇਹ ਹੈ ਜੀਨ ਗਨ, ਠੀਕ ਹੈ। ਇਹਦੇ ਨਾਲ ਸ਼ੂਟ ਕਰਕੇ ਇਨਸਰਟ ਕਰ ਦਿੱਤਾ ਜਾਂਦਾ ਡੀਐਨਏ ਫੋਰਨ ਪਲਾਂਟ ਦੇ ਵਿੱਚ। ਸੋ ਇਹਦੇ ਵਿੱਚ ਇੱਕ ਮੈਟਲ ਹੁੰਦਾ ਜੋ ਕਿ ਹੋ ਸਕਦਾ ਗੋਲਡ ਜਾਂ ਟੰਗਸਟਨ, ਉਹਦੇ ਉੱਤੇ ਕੋਟਿੰਗ ਕੀਤੀ ਜਾਂਦੀ ਹੈ ਡੀਐਨਏ ਜਾਂ ਆਰਐਨਏ ਦੀ, ਠੀਕ ਹੈ। ਮੈਟਲ ਦੇ ਉੱਤੇ ਕੋਟਿੰਗ ਹੁੰਦੀ ਹੈ ਡੀਐਨਏ ਤੇ ਆਰਐਨਏ ਦੀ, ਉਹ ਡਾਇਰੈਕਟਲੀ ਸ਼ੂਟ ਕਰਕੇ ਪਲਾਂਟ ਦੇ ਅੰਦਰ ਪਾਈ ਜਾਂਦੀ ਹੈ, ਲਿਵਿੰਗ ਸੈੱਲ ਦੇ ਅੰਦਰ ਕੋਈ ਵੀ ਹੋ ਸਕਦਾ। ਸੋ ਦਿਸ ਮੈਥਡ ਇਜ਼ ਜੀਨ ਗਨ ਮੈਥਡ, ਠੀਕ ਹੈ। ਤਾਂ ਉਹ ਜੀਨ ਗਨ ਦੇ ਨਾਲ ਸੈੱਲ ਵਾਲ ਵੀ ਕ੍ਰਾਸ ਕਰ ਜਾਂਦਾ ਹੈ ਪਲਾਂਟ ਦੀ, ਓਕੇ। ਐਂਡ ਇਹ ਵਾਲਾ ਜੋ ਮੈਥਡ ਹੈ, ਇਹ ਹੈ ਨਿਊਕਲੀਅਸ ਦੇ ਅੰਦਰ ਡਾਇਰੈਕਟਲੀ, ਦੇਖੋ ਮਾਈਕਰੋ ਨੀਡਲ, ਇਹ ਮਾਈਕਰੋ ਨੀਡਲ ਦੀ ਹੈਲਪ ਨਾਲ ਡਾਇਰੈਕਟਲੀ ਇਨਸਰਟ ਕੀਤਾ ਜਾ ਰਿਹਾ ਹੈ ਫੋਰਨ ਡੀਐਨਏ ਜਾਂ ਆਰਐਨਏ। ਇੱਕ ਮੈਥਡ ਹੁੰਦਾ ਇਲੈਕਟ੍ਰੋਪੋਰੇਸ਼ਨ, ਇਲੈਕਟ੍ਰਿਸਿਟੀ ਦੀ ਹੈਲਪ ਨਾਲ ਪੋਰਸ ਕੀਤੇ ਜਾਂਦੇ ਆ, ਠੀਕ ਹੈ। ਸੋ ਕੀ ਹੁੰਦਾ ਇਹਦੇ ਵਿੱਚ? ਦੇਖੋ, ਇਲੈਕਟ੍ਰਿਸਿਟੀ ਦੀ ਹੈਲਪ ਨਾਲ ਜੋ ਡੀਐਨਏ ਹੈ ਉਹ ਇਨਸਰਟ ਕੀਤਾ ਜਾ ਰਿਹਾ ਹੈ ਇਨਸਾਈਡ ਦਾ ਪਲਾਂਟ ਸੈੱਲ ਜਾਂ ਐਨੀਮਲ ਸੈੱਲ, ਓਕੇ। ਨੈਕਸਟ, ਸੋ ਆਓ ਆਪਾਂ ਆਨਸਰ ਦੇਖਦੇ ਹਾਂ ਇਹਦਾ। ਬਾਇਓਲਿਸਟਿਕਸ ਜੀਨ ਗਨ ਮੈਥਡ ਹੈ, ਮਾਈਕਰੋ ਇੰਜੈਕਸ਼ਨ ਹੈ, ਇਲੈਕਟ੍ਰੋਪੋਰੇਸ਼ਨ ਹੈ ਜਾਂ ਕੈਲਸ਼ੀਅਮ ਕੈਮੀਕਲ ਮੈਥਡ ਹੈ। ਤਾਂ ਉਹਨਾਂ ਨੇ ਨਿਊਕਲੀਅਸ ਪੁੱਛਿਆ ਨਾ, ਤਾਂ ਨਿਊਕਲੀਅਸ ਦੇ ਅੰਦਰ ਆਪਾਂ ਹੁਣ ਇੱਕ ਮੈਥਡ ਦੇਖ ਕੇ ਆਏ ਵਾਲਾ, ਦੇਖੋ ਡਾਇਰੈਕਟਲੀ ਨਿਊਕਲੀਅਸ ਦੇ ਅੰਦਰ ਇਨਸਰਟ ਕਰਦੇ ਆ ਮਾਈਕਰੋ ਨੀਡਲ ਦੀ ਹੈਲਪ ਨਾਲ। ਸੋ ਇਹਦਾ ਆਨਸਰ ਜੋ ਆਏਗਾ ਕੀ ਆਏਗਾ? ਮਾਈਕਰੋ ਇੰਜੈਕਸ਼ਨ, ਓਕੇ। ਬੀ ਮਾਈਕਰੋ ਇੰਜੈਕਸ਼ਨ ਇਜ਼ ਦਾ ਕਰੈਕਟ ਆਨਸਰ। ਕੈਮੀਕਲ ਮੈਥਡ ਯੂਜ਼ਿੰਗ ਕੈਲਸ਼ੀਅਮ ਕਲੋਰਾਈਡਸ ਕੀ ਹੁੰਦਾ? ਆਪਾਂ ਨਾ ਸੈੱਲ ਨੂੰ ਕੰਪੀਟੈਂਟ ਬਣਾ ਦਿੰਦੇ ਆ, ਉਹਦੀ ਮਤਲਬ ਸੈੱਲ ਮੈਂਬਰੇਨ ਨੂੰ ਆਲਟਰ ਕਰਕੇ, ਮੋਡੀਫਾਈ ਕਰਕੇ ਇੱਦਾਂ ਦੀ ਉਹ ਕੰਪੀਟੈਂਟ ਬਣ ਜਾਂਦੀ ਹੈ ਕਿ ਉਹ ਫੋਰਨ ਡੀਐਨਏ ਨੂੰ ਆਪਣੇ ਆਪ ਟੇਕਅਪ ਕਰ ਲੈਂਦੀ ਹੈ। ਤਾਂ ਇਹ ਕੈਲਸ਼ੀਅਮ ਕਲੋਰਾਈਡ ਦੀ ਹੈਲਪ ਨਾਲ ਹੋ ਸਕਦਾ, ਠੀਕ ਹੈ। ਸੋ ਇਹ ਸਾਰੇ ਕਾਹਦੇ ਮੈਥਡਸ ਹੈ? ਡੀਐਨਏ ਨੂੰ ਇਨਸਰਟ ਕਰਨ ਦੇ। ਇਨ ਹਿਊਮਨ ਇਨਸੂਲਿਨ ਪ੍ਰੋਡਕਸ਼ਨ ਬਾय ਬਾਇਓਟੈਕਨੋਲੋਜੀ ਦਾ ਫਰਸਟ ਪ੍ਰੋਡਕਟ ਮੇਡ ਵਾਸ, ਸਭ ਤੋਂ ਪਹਿਲਾ ਜਿਹੜਾ ਪ੍ਰੋਡਕਟ ਹੈ ਹਿਊਮਨ ਇਨਸੂਲਿਨ ਜਦੋਂ ਬਣਾ ਰਹੇ ਸੀ, ਤਾਂ ਉਹ ਕਿਹੜਾ ਪ੍ਰੋਡਕਟ ਬਣਿਆ ਸੀ? ਪ੍ਰੋ ਇਨਸੂਲਿਨ, ਇਨਸੂਲਿਨ ਚੇਨ ਏ ਓਨਲੀ, ਮੈਚਿਓਰ ਇਨਸੂਲਿਨ ਡਾਇਰੈਕਟਲੀ ਜਾਂ ਫਿਰ ਗਲੂਕਾਗੋਨ? ਸੋ ਦਾ ਕਰੈਕਟ ਆਂਸਰ ਕੀ ਆਏਗਾ? ਸੋ ਇਟ ਵਿਲ ਬੀ ਇਨਸੂਲਿਨ ਚੇਨ ਏ ਓਨਲੀ। ਸਭ ਤੋਂ ਪਹਿਲਾਂ ਇਨਸੂਲਿਨ ਚੇਨ ਏ ਬਣੀ ਸੀ, ਫਿਰ ਬੀ ਬਣਾ ਦਿੱਤੀ ਗਈ ਐਂਡ ਉਹਨਾਂ ਦੋਨਾਂ ਨੂੰ ਡਾਈਸਲਫਾਈਡ ਲਿੰਕੇਜ ਦੇ ਨਾਲ ਜੋੜ ਦਿੱਤਾ ਗਿਆ। ਕੁਐਸਚਨ ਆ ਸਕਦਾ ਕਿਹੜੀ ਕੰਪਨੀ ਨੇ ਬਣਾਈ ਸੀ? ਤਾਂ ਦੇਰ ਵਾਸ ਐਲੀ ਲਿਲੀ ਕੰਪਨੀ, ਦੋਜ਼ ਹੂ ਮੇਡ ਇਨਸੂਲਿਨ ਚੇਨਸ ਐਂਡ ਜੁਆਇਨਡ ਯੂਜ਼ਿੰਗ ਡਬਲ sulfide bonds, okay. Let's move forward. BT cotton is resistant to, जो BT cotton plant है वो किदे तो resistant है? Fungal disease, insects, drought या salinity? So it is resistant to insects. तो देखो जो BT cotton है GM crop बोलते हैं अपन, GM means genetically modified crop, वो resistant है insects तो, means BT cotton ਦੇ plant ਨੂੰ insects attack ਨਹੀਂ ਕਰਦੇ। ਕਿਉਂ ਨਹੀਂ ਕਰਦੇ? Let us see. BT ਦੀ ਜੋ ਫੁੱਲ ਫਾਰਮ ਹੈ ਦੈਟ ਇਜ਼ ਬੈਸਿਲਸ ਥੂਰਿੰਜਾਈਨਸਿਸ। ਇਹ ਇੱਕ ਬਾਇਓ ਕੰਟਰੋਲ ਏਜੰਟ ਹੈ, ਠੀਕ ਹੈ। ਇਹ ਜੋ ਹੈ ਬੈਕਟੀਰੀਆ ਹੈ, BT ਬੈਕਟੀਰੀਆ ਬੈਸਿਲਸ ਥੂਰਿੰਜਾਈਨਸਿਸ। ਸੋ ਮੈਕੈਨਿਜ਼ਮ ਆਫ ਐਕਸ਼ਨ ਦੇਖਦੇ ਹਾਂ ਆਪਾਂ। ਇੰਜੈਸ਼ਨ ਤਾਂ ਹੁੰਦਾ ਕੀ ਹੈ? ਦੇਖੋ ਇਹ ਜੋ BT ਹੈ ਨਾ ਬੈਕਟੀਰੀਆ, ਇਹ ਪਲਾਂਟ ਦੇ ਅੰਦਰ ਇਨਸਰਟ ਕੀਤਾ ਜਾਂਦਾ ਹੈ ਕੋਈ ਵੀ ਮੈਥਡ ਨਾਲ। ਹੁਣ ਜਦੋਂ ਪਲਾਂਟ ਦੇ ਅੰਦਰ ਇਹ ਪਾਇਆ ਹੋਇਆ ਹੈ
ਤਾਂ ਪਲਾਂਟ ਰੈਜ਼ਿਸਟੈਂਟ ਹੋ ਜਾਂਦਾ ਇਨਸੈਕਟਸ ਤੋਂ। ਕਿੱਦਾਂ ਹੋ ਜਾਂਦਾ? ਇੰਜੈਸ਼ਨ, ਦੇਖੋ ਜੋ ਵੀ ਇਨਸੈਕਟ ਆ ਕੇ ਅਟੈਕ ਕਰ ਰਿਹਾ, ਦੇਖੋ ਕੈਟਰਪਿਲਰ ਈਟਸ ਪਲਾਂਟ ਵਿਦ ਸਪੋਰਸ ਐਂਡ ਕ੍ਰਿਸਟਲਸ। ਤਾਂ ਕਿਉਂਕਿ ਇਹਦੇ ਅੰਦਰ ਸਪੋਰਸ ਤੇ ਕ੍ਰਿਸਟਲਸ ਹੈ ਨਾ, ਆ ਦੇਖੋ ਬੈਕਟੀਰੀਆ ਦੇ ਅੰਦਰ। ਹੁਣ ਜਦੋਂ ਕੋਈ ਇਨਸੈਕਟ ਆ ਕੇ ਪਲਾਂਟ ਨੂੰ ਖਾ ਰਿਹਾ ਹੈ ਤਾਂ ਇਹ ਵਾਲਾ ਬੈਕਟੀਰੀਆ, ਇਹਦੇ ਸਪੋਰਸ ਤੇ ਇਹਦੇ ਕ੍ਰਿਸਟਲਸ, ਉਹ ਵੀ ਇਹਦੇ ਅੰਦਰ ਚਲੇ ਜਾਣਗੇ ਕੈਟਰਪਿਲਰ ਦੇ ਅੰਦਰ, ਹੈ ਨਾ। ਸੋ ਕੈਟਰਪਿਲਰ ਦੇ ਅੰਦਰ ਜਾ ਕੇ ਉਹਦੀ ਜੋ ਇੰਟੈਸਟਾਈਨ ਹੈ ਉਹਦੀ ਪੀਐਚ ਹੁੰਦੀ ਐਲਕਲਾਈਨ, ਉਹਦੇ ਅੰਦਰ ਜਾ ਕੇ ਹੋ ਜਾਂਦੇ ਆ ਡਿਜ਼ੋਲਵ। ਠੀਕ ਹੈ। ਕਰਾਈ ਪ੍ਰੋਟੀਨ ਦਾ ਨਾਮ ਹੈ, ਕਰਾਈ ਪ੍ਰੋਟੀਨ, ਤੇ ਰਿਸੈਪਟਰ ਬਾਈਂਡਿੰਗ ਡੋਮੇਨ, ਇਹਦੇ ਉੱਤੇ ਜਾ ਕੇ ਇਹ ਪ੍ਰੋਟੀਨਸ ਬਾਈਂਡ ਕਰ ਜਾਣਗੇ ਇਨਸੈਕਟ ਦੇ। ਉਹਦੇ ਨਾਲ ਕੀ ਹੁੰਦਾ ਹੈ, ਇਨਸੈਕਟ ਦੀ ਇੰਟੈਸਟਾਈਨ ਦੇ ਵਿੱਚ ਪੋਰਸ ਹੋਣ ਲੱਗ ਜਾਂਦੇ ਆ। ਕਰਾਈ ਪ੍ਰੋਟੀਨ ਹੈ ਨਾ, ਇਹ ਇਨਸੈਕਟ ਦੇ ਅੰਦਰ ਜਾ ਕੇ ਉਹਦੀ ਇੰਟੈਸਟਾਈਨ ਦੇ ਵਿੱਚ ਪੋਰਸ ਕਰ ਦਿੰਦਾ, ਟੌਕਸਿਨ ਉਹਦੇ ਅੰਦਰ ਚਲਾ ਗਿਆ, ਉਹਦੇ ਪੋਰਸ ਹੋ ਗਏ ਇੰਟੈਸਟਾਈਨ 'ਚ। ਤਾਂ ਕੀ ਉਹ ਇਨਸੈਕਟ ਸਰਵਾਈਵ ਕਰ ਸਕਦਾ? ਨਹੀਂ ਕਰ ਸਕਦਾ। ਸੋ ਇਨਸੈਕਟ ਦੀ ਡੈਥ ਹੋ ਜਾਂਦੀ ਹੈ। ਤਾਂ ਆਸ-ਪਾਸ ਦੇ ਸਾਰੇ ਇਨਸੈਕਟਸ ਦੇਖਦੇ ਆ ਕਿ ਇਨਸੈਕਟ ਇਹਨੂੰ ਖਾ ਕੇ ਮਰ ਰਹੇ ਆ, ਸੋ ਅਸੀਂ ਇਹਨਾਂ ਕੋਲੇ ਨਹੀਂ ਜਾਣਾ। ਤਾਂ ਆਪਣੇ ਆਪ ਜੋ ਪਲਾਂਟ ਹੈ ਉਹ ਇਹਦੇ ਤੋਂ ਰੈਜ਼ਿਸਟੈਂਟ ਹੋ ਜਾਂਦਾ, ਕਿਉਂਕਿ ਹੋਰ ਇਨਸੈਕਟਸ ਆ ਕੇ ਅਟੈਕ ਨਹੀਂ ਕਰਦੇ। ਓਕੇ, ਸੋ ਕਰੈਕਟ ਆਂਸਰ ਕੀ ਆਏਗਾ? ਤਾਂ ਇਨਸੈਕਟਸ। ਠੀਕ ਹੈ, ਯਾਦ ਰੱਖਿਓ। ਨੈਕਸਟ, ਡੀਐਨਏ ਫਰੈਗਮੈਂਟਸ ਮੂਵ ਟੂਵਰਡਸ। ਡੀਐਨਏ ਫਰੈਗਮੈਂਟਸ ਕਿਹਦੇ ਵੱਲ ਜਾਂਦੀਆਂ? ਦੇਖੋ ਜੋ ਡੀਐਨਏ ਹੁੰਦਾ ਉਹਦੇ ਉੱਤੇ ਚਾਰਜ ਕਿਹੜਾ ਹੁੰਦਾ? ਨੈਗੇਟਿਵ ਚਾਰਜ, ਮਾਈਨਸ, ਹੈ ਨਾ, ਨੈਗੇਟਿਵ ਚਾਰਜ ਹੁੰਦਾ। ਤਾਂ ਨੈਗੇਟਿਵ ਚੀਜ਼ ਕਿਹਦੇ ਵੱਲ ਜਾਏਗੀ? ਪੋਜ਼ਿਟਿਵ ਵੱਲ। ਸੋ ਦਾ ਕਰੈਕਟ ਆਂਸਰ ਕੀ ਆਏਗਾ? ਪੋਜ਼ਿਟਿਵ ਇਲੈਕਟ੍ਰੋਡ। ਵੈਰੀ ਸਿੰਪਲ। ਠੀਕ ਹੈ। ਟੈਕ ਪੋਲੀਮਰੇਜ਼ ਲੈਕਸ। ਟੈਕ ਪੋਲੀਮਰੇਜ਼ ਕੀ ਹੈ? ਟੈਕ ਪੋਲੀਮਰੇਜ਼ ਇਜ਼ ਐਨ ਐਨਜ਼ਾਈਮ ਜੋ ਕਿ ਕਿਹਦੇ ਤੋਂ ਡਿਰਾਈਵ ਹੋਇਆ? ਬੈਕਟੀਰੀਆ ਤੋਂ। ਐਂਡ ਉਹ ਬੈਕਟੀਰੀਆ ਦਾ ਨੇਮ ਕੀ ਹੈ? ਥਰਮਸ ਐਕੁਆਟਿਕਸ। ਓਕੇ, ਥਰਮਸ ਐਕੁਆਟਿਕਸ ਇਜ਼ ਦਾ ਨੇਮ। ਉਹਦੇ ਤੋਂ ਆਪਾਂ ਇਹ ਐਨਜ਼ਾਈਮ ਐਕਸਟਰੈਕਟ ਕੀਤਾ। ਇਹ ਨਾ ਇਹਦੇ ਵਿੱਚ ਨਾ ਇੱਕ ਕਮੀ ਹੈ, ਲੈਕਸ। ਉਹ ਕੀ ਚੀਜ਼ ਹੈ ਜੋ ਇਹਦੇ ਵਿੱਚ ਲੈਕ ਕਰ ਰਹੀ ਹੈ? ਸਭ ਤੋਂ ਪਹਿਲਾਂ ਇਹਦੀਆਂ ਪ੍ਰੋਪਰਟੀਜ਼ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਕਿ ਟੈਕ ਪੋਲੀਮਰੇਜ਼ ਕੋਲ ਐਬਿਲਿਟੀ ਹੈ ਬਹੁਤ ਹੀ ਹਾਈ ਟੈਂਪਰੇਚਰ ਤੇ ਵਰਕ ਕਰਨ ਦੀ। ਮੀਨਸ 94 to 95 ਡਿਗਰੀ ਸੈਲਸੀਅਸ ਤੇ ਵੀ ਇਹ ਵਰਕ ਕਰ ਸਕਦਾ ਹੈ। ਵੈਰੀ ਹੌਟ ਟੈਂਪਰੇਚਰ ਇਟ ਕੈਨ ਸਰਵਾਈਵ। ਨਾ ਹੀ ਇਹ ਬ੍ਰੇਕ ਡਾਊਨ ਹੁੰਦਾ, ਕਿਉਂਕਿ ਯੂਜੂਅਲੀ ਜੋ ਐਨਜ਼ਾਈਮਸ ਹੁੰਦੇ ਆ ਪ੍ਰੋਟੀਨ ਨੇਚਰ ਦੇ ਹੁੰਦੇ ਆ, ਐਂਡ ਪ੍ਰੋਟੀਨਸ ਡੀ ਨੇਚਰ ਹੋ ਜਾਂਦੇ ਆ। ਬਟ ਇਹ ਐਨਜ਼ਾਈਮ 94 to 95 ਡਿਗਰੀ ਤੇ ਵੀ ਸਰਵਾਈਵ ਕਰ ਸਕਦਾ। ਠੀਕ ਹੈ। ਇਹ ਨਾ ਪੀਸੀਆਰ ਜੋ ਹੁੰਦਾ, ਪੋਲੀਮਰੇਜ਼ ਚੇਨ ਰਿਐਕਸ਼ਨ, ਉਹਦੇ ਵਿੱਚ ਇਹ ਯੂਜ਼ ਹੁੰਦਾ ਐਂਪਲੀਫਿਕੇਸ਼ਨ ਸਟੈਪ ਦੇ ਵਿੱਚ। ਓਕੇ, ਇਹ ਦੇਖੋ, ਇਹ ਹੈ ਪੀਸੀਆਰ ਦੀ ਪ੍ਰੋਸੈਸ। ਓਕੇ, ਪੀਸੀਆਰ ਪੋਲੀਮਰੇਜ਼ ਚੇਨ ਰਿਐਕਸ਼ਨ। ਇਹ ਡੀਐਨਏ ਹੈ ਡਬਲ ਸਟ੍ਰੈਂਡਡ, ਉਹਨੂੰ ਆਪਾਂ ਡੀਨੇਚਰ ਕਰਦੇ ਹਾਂ ਹੀਟ ਦੇ ਕੇ, ਤਾਂ ਡੀਐਨਏ ਦੇ ਦੋਨੋਂ ਸਟ੍ਰੈਂਡਸ ਅਲੱਗ ਹੋ ਜਾਂਦੇ। ਫਿਰ ਆਪਾਂ ਪ੍ਰਾਈਮਰਸ ਐਡ ਕਰਦੇ ਹਾਂ ਤਾਂ ਕਿ ਜੋ ਪ੍ਰਾਈਮਰਸ ਹੈ ਉਹਨਾਂ ਦੀ ਅਨੀਲਿੰਗ ਹੋ ਜਾਏ। ਤਾਂ ਇਹ ਜੋ ਪਰਪਲ ਕਲਰ ਦੇ ਉਹ ਕੀ ਹੈ? ਪ੍ਰਾਈਮਰਸ। ਉਹ ਆਪਾਂ ਐਡ ਕਰਤੇ ਜੋ ਵੀ ਇੱਥੇ ਡੀਐਨਏ ਦੀ ਸੀਕੁਐਂਸ ਹੈ ਉਹਦੀ ਕੰਪਲੀਮੈਂਟਰੀ ਹੈ। ਨੈਕਸਟ ਦੇਖੋ, ਟੈਕ ਪੋਲੀਮਰੇਜ਼ ਲਿਖਿਆ ਨਾ, ਸੋ ਟੈਕ ਪੋਲੀਮਰੇਜ਼ ਐਨਜ਼ਾਈਮ ਯੂਜ਼ ਕਰਕੇ ਜੋ ਅਨੀਲਿੰਗ ਕੀਤੀ ਸੀ ਆਪਾਂ ਪ੍ਰਾਈਮਰਸ ਦੀ, ਹੁਣ ਉਹ ਐਕਸਟੈਂਡ ਹੋਏਗੀ, ਤਾਂ ਐਕਸਟੈਂਸ਼ਨ ਹੋਏਗੀ। ਸੋ ਇਹਦੇ ਵਿੱਚ ਹੀ ਤੁਹਾਡਾ ਪੀਸੀਆਰ ਵੀ ਕਵਰ ਹੋ ਗਿਆ, ਜਿਹਦੇ ਵਿੱਚ 3 ਸਟੈਪ ਆਉਂਦੇ ਆ, ਡੀਨੇਚਰੇਸ਼ਨ, ਅਨੀਲਿੰਗ ਤੇ ਐਕਸਟੈਂਸ਼ਨ। ਸੋ ਦਾ ਕਰੈਕਟ ਆਂਸਰ ਕੀ ਆਏਗਾ? ਦੇਖੋ, ਇਹਦੇ ਵਿੱਚ ਕਮੀ ਪੁੱਛੀ ਆ, ਪੋਲੀਮਰੇਜ਼ ਐਕਟੀਵਿਟੀ ਹੈਗੀ ਇਹਦੇ ਵਿੱਚ? ਹੈਗੀ ਹੈ। ਪੋਲੀਮਰਾਈਜੇਸ਼ਨ ਤਾਂ ਕਰ ਹੀ ਰਿਹਾ ਇਹ, ਹੈ ਨਾ, ਨਿਊ ਨਿਊਕਲੀਓਟਾਈਡ ਸਿੰਥੇਸਾਈਜ਼ ਹੋ ਰਹੇ ਆ। ਟੈਂਪਲੇਟ ਬਾਈਂਡਿੰਗ ਐਬਿਲਿਟੀ ਵੀ ਹੈਗੀ ਇਹਦੇ ਵਿੱਚ, ਬਿਕੋਜ਼ ਇਹ ਕੰਪਲੀਮੈਂਟਰੀ ਸੀਕੁਐਂਸ ਨਾਲ ਬਾਈਂਡ ਕਰ ਰਿਹਾ। ਮੈਗਨੀਸ਼ੀਅਮ ਆਇਨ ਵੀ ਇਹਨੂੰ ਚਾਹੀਦਾ ਹੁੰਦਾ। ਸੋ ਤਾਂ ਇਹਦੇ ਕੋਲ ਨਾ ਪ੍ਰੂਫ ਰੀਡਿੰਗ ਵਾਲੀ ਕੁਆਲਿਟੀ ਨਹੀਂ ਹੈਗੀ, ਇਹ ਪ੍ਰੂਫ ਰੀਡਿੰਗ ਨਹੀਂ ਕਰਦਾ, ਇਹ ਚੈੱਕ ਨਹੀਂ ਕਰਦਾ ਕਿ ਸੀਕੁਐਂਸ ਸਹੀ ਜਾ ਰਹੀ ਹੈ ਕਿ ਨਹੀਂ। ਸੋ ਇਹ ਇੱਕ ਇਹਦੀ ਕਮੀ ਹੈ। ਸੋ 3' to 5' ਜਦੋਂ ਐਗਜ਼ੋਨਿਊਕਲੀਏਸ ਪ੍ਰੂਫ ਰੀਡਿੰਗ ਐਕਟੀਵਿਟੀ ਜੋ ਹੈ ਜਦੋਂ ਹੁੰਦੀ ਹੈ, ਐਕਸਟੈਂਸ਼ਨ ਹੋ ਰਹੀ ਹੁੰਦੀ ਹੈ, ਉਦੋਂ ਟੈਕ ਪੋਲੀਮਰੇਜ਼ ਪ੍ਰੂਫ ਰੀਡਿੰਗ ਨਹੀਂ ਕਰਦਾ। ਸੋ ਇਹਦੀ ਇੱਕ ਕਮੀ ਹੈ, ਇਹਦਾ ਇੱਕ ਡਰਾਬੈਕ ਹੈ। ਸੋ ਆਪਸ਼ਨ ਬੀ ਇਜ਼ ਕਰੈਕਟ। ਨੈਕਸਟ ਇਜ਼ ਦਾ TI ਪਲਾਜ਼ਮਿਡ ਆਫ ਐਗਰੋਬੈਕਟੀਰੀਅਮ ਇਜ਼ ਯੂਜ਼ਡ ਐਜ਼। ਜਿਹੜਾ TI ਪਲਾਜ਼ਮਿਡ ਹੈ ਐਗਰੋਬੈਕਟੀਰੀਅਮ ਦਾ, ਉਹਦੀ ਕੀ ਐਪਲੀਕੇਸ਼ਨ? TI ਮੀਨਸ, TI ਕੀ ਹੁੰਦਾ? ਟਿਊਮਰ ਇੰਡਿਊਸਿੰਗ। ਤਾਂ ਇਹ ਪਲਾਂਟਸ ਦੇ ਵਿੱਚ ਟਿਊਮਰ ਇੰਡਿਊਸ ਕਰਦਾ। ਟਿਊਮਰ ਮੀਨਸ ਗੋਲ, ਮੀਨਸ ਸਵੈਲਿੰਗ ਹੋ ਜਾਂਦੀ ਹੈ ਇੱਕ ਤਰ੍ਹਾਂ ਦੀ। ਤਾਂ ਆਪਾਂ ਨੂੰ ਕੀ ਲੋੜ ਪਈ ਹੈ ਗੋਲ ਇਨਸਰਟ ਕਰਨ ਦੀ ਪਲਾਂਟ ਦੇ ਵਿੱਚ? ਦੇਖੋ ਹੁੰਦਾ ਕੀ ਹੈ, TI ਪਲਾਜ਼ਮਿਡ ਹੈ। ਤਾਂ ਪਲਾਜ਼ਮਿਡ ਜੋ ਹੈ ਕਿਹਦੇ ਤੋਂ ਐਕਸਟਰੈਕਟ ਕੀਤਾ ਗਿਆ? ਇੱਕ ਬੈਕਟੀਰੀਆ ਤੋਂ, ਐਗਰੋਬੈਕਟੀਰੀਅਮ ਤੋਂ। ਬੈਕਟੀਰੀਆ ਇਹ ਪਲਾਂਟਸ ਦੇ ਵਿੱਚ ਪਾਇਆ ਜਾਂਦਾ, ਪਾ ਦਿੱਤਾ ਜਾਂਦਾ ਪਲਾਂਟਸ ਦੇ ਵਿੱਚ, ਮੀਨਸ ਇਨਸਰਟ ਕਰ ਦਿੱਤਾ ਜਾਂਦਾ, ਹੈ ਨਾ।
ਇਹਦਾ ਇੱਕ ਖਾਸੀਅਤ ਹੈ ਕਿ ਇਹ ਜੋ ਆਪਾਂ ਪਲਾਂਟ ਦੇ ਅੰਦਰ ਪਾਉਂਦੇ ਆ ਤਾਂ ਪਲਾਂਟ ਦੇ ਅੰਦਰ ਜੋ ਉਹਦਾ ਡੀਐਨਏ ਹੈ ਪਲਾਂਟ ਦਾ, ਉਹਦੇ ਅੰਦਰ ਜਾ ਕੇ ਇਹ ਵਾਲਾ ਪਲਾਜ਼ਮਿਡ ਇੰਟੀਗ੍ਰੇਟ ਹੋ ਜਾਂਦਾ ਹੈ, ਪਲਾਂਟ ਦੇ ਡੀਐਨਏ ਦੇ ਨਾਲ ਇੰਟੀਗ੍ਰੇਟ ਹੋ ਜਾਂਦਾ ਹੈ। ਤਾਂ ਇਹ ਹੁਣ ਆਪਣੀਆਂ ਪ੍ਰੋਪਰਟੀਜ਼ ਪਲਾਂਟ ਵਿੱਚ ਸ਼ੋ ਵੀ ਕਰੇਗਾ, है ना। तो ਆਪਾਂ ਪਲਾਂਟ 'ਚ ਪਾਇਆ ਹੈ ਤਾਂ ਇਹਦਾ ਆਨਸਰ ਆਏਗਾ ਪਲਾਂਟ ਵੈਕਟਰ। ਠੀਕ ਹੈ, ਪਲਾਂਟ ਵੈਕਟਰ ਆਏਗਾ ਇਹਦਾ ਆਨਸਰ, ਬਿਕੋਜ਼ ਐਜ਼ ਅ ਵੈਕਟਰ ਜਾਂ ਪਲਾਂਟਸ ਦੇ ਵਿੱਚ ਇਨਸਰਟ ਕੀਤਾ ਜਾਂਦਾ ਹੈ। ਇਹਦੇ ਨਾਲ ਡੀਐਨਏ ਪਲਾਂਟ ਦਾ ਆਲਟਰ ਹੋ ਜਾਂਦਾ ਹੈ ਤਾਂ ਆਪਾਂ ਇਸ ਚੀਜ਼ ਨੂੰ ਯੂਜ਼ ਕਰ ਸਕਦੇ ਹਾਂ ਪਲਾਂਟ ਦੀ ਮੋਡੀਫਿਕੇਸ਼ਨ ਕਰਨ ਲਈ। ਅਗਰ ਆਪਾਂ ਪਲਾਂਟ 'ਚ ਕੋਈ ਮੋਡੀਫਿਕੇਸ਼ਨ ਚਾਹੁੰਦੇ ਹਾਂ ਤਾਂ ਉਹਨੂੰ ਕਰ ਸਕਦੇ ਹਾਂ ਬਾਈ ਯੂਜ਼ਿੰਗ ਦਿਸ TI plasmid, ਰਾਈਟ। ਨੈਕਸਟ ਇਜ਼ RNA interference is used for। RNA interference ਕਿਹਦੇ ਵਿੱਚ ਯੂਜ਼ ਹੁੰਦੀ ਹੈ? ਟੂ ਇਨਕਰੀਜ਼ ਪੋਲੀਨੇਸ਼ਨ, ਸਾਇਲੈਂਸਿੰਗ ਅ ਸਪੈਸੀਫਿਕ ਜੀਨ, ਪ੍ਰੋਟੀਨ ਡਾਈਜੈਸ਼ਨ ਜਾਂ ਸੀਡ ਜਰਮੀਨੇਸ਼ਨ। ਸੋ ਇਹ ਯੂਜ਼ ਹੁੰਦੀ ਹੈ ਫॉर ਆਪਸ਼ਨ ਬੀ, ਦੈਟ ਇਜ਼ ਸਾਇਲੈਂਸਿੰਗ ਅ ਸਪੈਸੀਫਿਕ ਜੀਨ। ਕੋਈ ਜੀਨ ਨੂੰ ਆਪਾਂ ਸਾਇਲੈਂਸ ਕਰਨਾ, ਮੀਨਸ ਕੋਈ ਜੀਨ ਨਾ ਆਪਣੇ ਆਪ ਨੂੰ ਐਕਸਪ੍ਰੈਸ ਕਰ ਰਿਹਾ ਹੈ, ਆਪਾਂ ਉਹਨੂੰ ਐਕਸਪ੍ਰੈਸ ਨਹੀਂ ਹੋਣ ਦੇਣਾ, ਆਪਾਂ ਉਹਨੂੰ ਸਾਇਲੈਂਸ ਕਰ ਦੇਣਾ। ਤਾਂ RNA ਇੰਟਰਫੇਰੈਂਸ ਨਾਲ ਹੁੰਦਾ। ਕਿੱਦਾਂ ਹੁੰਦਾ ਉਹ ਆਪਾਂ ਦੇਖਦੇ ਹਾਂ। ਤਾਂ ਦੇਖੋ ਇੱਕ ਨਾ ਨੀਮੈਟੋਡ ਹੈ, ਨੀਮੈਟੋਡ, ਉਹਦਾ ਨੇਮ ਹੈ ਮੈਲੋਇਡੀਗਾਈਨ ਇਨਕੋਗਨੀਟਾ। ਇਹ ਨਾ ਇਨਫੈਕਟ ਕਰ ਦਿੰਦਾ ਹੈ ਟੋਬੈਕੋ ਦੇ ਪਲਾਂਟਸ ਨੂੰ। ਇਹ ਦੇਖੋ ਨਾਰਮਲ ਟੋਬੈਕੋ ਦਾ ਪਲਾਂਟ ਹੈ ਜਿਹਦੇ ਵਿੱਚ ਬਹੁਤ ਹੀ ਇਨਫੈਕਸ਼ਨ ਹੋਈ ਵੀ ਹੈ। ਕਿਹਨੇ ਕੀਤੀ ਹੋਈ ਇਨਫੈਕਸ਼ਨ? ਮੈਲੋਇਡੀਗਾਈਨ ਨੇ, ਨੀਮੈਟੋਡ ਨੇ। ਤੇ ਇਹਦੇ ਵਿੱਚ ਦੇਖੋ ਰੂਟਸ ਸਾਰੀਆਂ ਖਰਾਬ ਹੋਈਆਂ ਵੀ ਹੈ, ਸਵੈਲਿੰਗਸ ਹੋਈਆਂ ਵੀ ਹੈ। ਇਹ ਜੋ ਹੈ ਇਹ RNAi ਮੀਨਸ RNA ਇੰਟਰਫੇਰੈਂਸ ਵਾਲਾ ਪਲਾਂਟ ਹੈ। ਇਹ ਨੀਮੈਟੋਡ ਦੇ ਰੈਜ਼ਿਸਟੈਂਟ ਹੈ। ਤਾਂ ਦੇਖੋ ਰੂਟਸ ਕਿੰਨੀ ਵਧੀਆ ਤਰ੍ਹਾਂ ਗਰੋ ਕੀਤੀਆਂ ਹੋਈਆਂ ਸਾਰੀਆਂ। ਇਹਦੇ ਵਿੱਚ ਕੀ ਹੁੰਦਾ ਹੈ? ਟੋਬੈਕੋ ਪਲਾਂਟ ਇਜ਼ ਇੰਜੀਨੀਅਰਡ ਟੂ ਪ੍ਰੋਡਿਊਸ ਡਬਲ ਸਟੈਂਡਰਡ RNA। ਤਾਂ ਟੋਬੈਕੋ ਪਲਾਂਟ ਦੀ ਇੰਜੀਨੀਅਰਿੰਗ ਕੀਤੀ ਜਾਂਦੀ ਹੈ। ਇੰਜੀਨੀਅਰਿੰਗ ਮੀਨਸ ਆਪਾਂ ਇਹਨੂੰ ਮੋਡੀਫਾਈ ਕਰਕੇ ਇਹਦੇ ਵਿੱਚ ਕੀ ਪਾਣਾ ਹੈ? ਡਬਲ ਸਟੈਂਡਰਡ RNA ਪਾਣਾ ਨਹੀਂ ਹੈ, ਮਤਲਬ ਇਹ ਡਬਲ ਸਟੈਂਡਰਡ RNA ਪ੍ਰੋਡਿਊਸ ਕਰੇਗਾ ਇੰਜੀਨੀਅਰਿੰਗ ਤੋਂ ਬਾਅਦ, ਆਪਾਂ ਇਹਨੂੰ ਮੋਡੀਫਾਈ ਕਰ ਦਾਂਗੇ। ਠੀਕ ਹੈ, ਤਾਂ ਇਹ ਜੋ ਡਬਲ ਸਟੈਂਡਰਡ RNA ਹੈ ਇਹ ਹੈਲਪ ਕਰਦਾ ਹੈ ਇੱਦਾਂ ਦੇ ਟੋਬੈਕੋ ਪਲਾਂਟਸ ਬਣਾਉਣ 'ਚ। ਕਿਵੇਂ? ਜਦੋਂ ਨੀਮੈਟੋਡ ਆ ਕੇ ਆ ਵਾਲਾ ਮੈਲੋਇਡੀਗਾਈਨ ਇਨਕੋਗਨੀਟਾ ਆ ਕੇ ਇਸ ਪਲਾਂਟ ਨੂੰ ਜੋ ਕਿ ਮੋਡੀਫਾਈ ਕੀਤਾ ਹੋਇਆ ਹੈ ਉਹਦੇ ਉੱਤੇ ਆ ਕੇ ਫੀਡ ਕਰੇਗਾ, ਤਾਂ ਡਬਲ ਸਟੈਂਡਰਡ RNA ਜੋ ਇਹਦੇ ਸੈਲਸ ਬਣਾਉਂਦੇ ਆ ਉਹ ਇਹਦੇ ਨੀਮੈਟੋਡ ਦੇ ਅੰਦਰ ਚਲੇ ਜਾਣਗੇ। ਠੀਕ ਹੈ, ਨੀਮੈਟੋਡ ਦੇ ਅੰਦਰ ਜਾ ਕੇ RNA ਇੰਟਰਫੇਰੈਂਸ ਹੋ ਜਾਂਦੀ ਹੈ। ਮੀਨਸ ਨੀਮੈਟੋਡ ਕੈਨ ਨਾਟ ਪ੍ਰੋਡਿਊਸ ਰਿਕੁਆਇਰਡ ਪ੍ਰੋਟੀਨ। ਉਹਦੇ ਅੰਦਰ ਪ੍ਰੋਟੀਨ ਹੀ ਨਹੀਂ ਬਣਦਾ ਕਿਉਂਕਿ RNA ਇੰਟਰਫੇਰੈਂਸ ਕਰਕੇ ਜਿਹੜਾ ਜੀਨ ਹੈ ਨੀਮੈਟੋਡ ਦਾ ਉਹ ਸਾਇਲੈਂਸ ਹੋ ਗਿਆ। ਹੁਣ RNA ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਪਾ ਰਿਹਾ, RNA ਤੋਂ ਪ੍ਰੋਟੀਨ ਨਹੀਂ ਬਣ ਰਿਹਾ। ਤਾਂ ਜਦੋਂ ਪ੍ਰੋਟੀਨ ਹੀ ਨਹੀਂ ਬਣ ਰਿਹਾ, ਸਾਇਲੈਂਸਿੰਗ ਹੋ ਗਈ ਹੈ ਨਾ, ਤਾਂ ਨੀਮੈਟੋਡ ਡਾਈ ਕਰ ਜਾਂਦਾ ਥੋੜੇ ਟਾਈਮ ਦੇ ਵਿੱਚ ਹੀ। ਤਾਂ ਪਲਾਂਟ ਕੀ ਹੋ ਜਾਂਦਾ ਹੈ ਇਹਦੇ ਤੋਂ ਰੈਜ਼ਿਸਟੈਂਟ, ਬਿਕੋਜ਼ ਹੁਣ ਨੈਕਸਟ ਨੀਮੈਟੋਡ ਆ ਕੇ ਪਲਾਂਟ ਨੂੰ ਅਟੈਕ ਨਹੀਂ ਕਰੇਗਾ। ਸੋ RNA ਇੰਟਰਫੇਰੈਂਸ ਦੇ ਵਿੱਚ ਜੀਨ ਸਾਇਲੈਂਸ ਹੋ ਜਾਂਦੀ ਹੈ ਜਿਹਦੇ ਨਾਲ ਨੀਮੈਟੋਡ ਪ੍ਰੋਟੀਨ ਨਹੀਂ ਬਣਾ ਪਾਉਂਦਾ ਤੇ ਉਹਦੀ ਡੈਥ ਹੋ ਜਾਂਦੀ ਹੈ। ਇਹਦੇ ਨਾਲ ਟੋਬੈਕੋ ਪਲਾਂਟ ਰੈਜ਼ਿਸਟੈਂਟ ਹੋ ਜਾਂਦਾ ਹੈ ਇਹ ਵਾਲੇ ਨੀਮੈਟੋਡ ਦੇ ਮੈਲੋਇਡੀਗਾਈਨ ਇਨਕੋਗਨੀਟਾ। ਓਕੇ, ਸੋ ਦਿਸ ਇਜ਼ ਆਲ ਅਬਾਊਟ this MCQ, that is correct answer ਕੀ ਆਏਗਾ ਇਹਦਾ? ਸਾਇਲੈਂਸਿੰਗ ਅ ਸਪੈਸੀਫਿਕ ਜੀਨ। ਯਾਦ ਰੱਖਣਾ ਸਭ ਨੂੰ। ਹੁਣ ਇੱਕ MCQ ਹੈ ਜੋ ਤੁਸੀਂ ਸੋਲਵ ਕਰਨਾ ਹੈ। ਤਾਂ ਕਰੈਕਟ ਸੀਕੁਐਂਸ ਇਨ ਰਿਕੰਬੀਨੈਂਟ DNA ਟੈਕਨੋਲੋਜੀ। ਤਾਂ ਜੋ ਰਿਕੰਬੀਨੈਂਟ DNA ਟੈਕਨੋਲੋਜੀ ਹੁੰਦੀ ਹੈ ਉਹਦੀ ਕਰੈਕਟ ਸੀਕੁਐਂਸ ਕੀ ਆਏਗੀ? ਆਪਸ਼ਨਸ ਰੀਡ ਕਰ ਲਓ ਤੁਸੀਂ ਐਂਡ ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੇਣਾ। ਓਕੇ, ਸੋ ਲੈਟ ਅਸ ਮਾਰਕ ਇਟ ਐਸ ਕੁਐਸਚਨ ਨੰਬਰ 11। ਤਾਂ ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟਸ 'ਚ ਦੇਣਾ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਐਂਡ ਕੋਈ ਵੀ ਵੀਡੀਓ ਤੁਸੀਂ ਮਿਸ ਨਹੀਂ ਕਰਨੀ। ਹਰ ਇੱਕ ਵੀਡੀਓ ਵਿੱਚ ਬਹੁਤ ਹੀ ਇੰਪੋਰਟੈਂਟ ਕਨਸੈਪਟਸ ਕਵਰ ਕੀਤੇ ਗਏ ਹੈ, ਨਾਲ ਦੀ ਨਾਲ ਨੋਟਸ ਵੀ ਤੁਹਾਨੂੰ ਪ੍ਰੋਵਾਈਡ ਕੀਤੇ ਜਾਂਦੇ ਆ। ਸੋ ਡੋਂਟ ਮਿਸ ਐਨੀਥਿੰਗ। ਵੀਡੀਓ ਵਧੀਆ ਲੱਗੀ ਤੁਹਾਨੂੰ ਲਾਈਕ ਕਰ ਦਿਓ। ਆਪਣਾ ਫੀਡਬੈਕ ਤੁਸੀਂ ਮੈਨੂੰ ਕਮੈਂਟਸ 'ਚ ਦੇ ਸਕਦੇ ਹੋ ਐਂਡ ਯੂ ਕੈਨ ਕਨੈਕਟ ਟੂ ਮੀ ਐਟ ਦਿਸ ਮੇਲ। Thank you so much for watching my video. Please subscribe the channel.